विद्या विचारी तो परोपकारी। ਤੁਹਾਨੂੰ ਪਤਾ ਹੀ ਹੋਊਗਾ ਅਸੀਂ ਪੋਲਿਟੀ ਦੀ ਸੀਰੀਜ਼ ਚਲਾਈ ਸੀ। ਪੋਲਿਟੀ ਦੀ ਸੀਰੀਜ਼ ਦੇ ਵਿੱਚ ਅਸੀਂ 6 ਲੈਕਚਰ ਕਵਰ ਕੀਤੇ ਸੀਗੇ ਤੇ 6 ਲੈਕਚਰਾਂ ਵਿੱਚ ਸਾਰੀ ਪੋਲਿਟੀ ਸਮਾਪਤ ਕਰਤੀ ਸੀ ਜੋ ਕਾਂਸਟੇਬਲ ਤੇ ਜੇਲ੍ਹ ਵਾਰਡਰ ਲਈ ਇੰਪੋਰਟੈਂਟ ਹੈ। ਆਪਾਂ 6 ਲੈਕਚਰਾਂ ਦੇ ਵਿੱਚ ਸਾਰੀ ਪੋਲਿਟੀ ਸਮਾਪਤ ਕਰਤੀ ਸੀ। ਜਿਨ੍ਹਾਂ ਨੇ ਪੋਲਿਟੀ ਦੀ ਸੀਰੀਜ਼ ਸ਼ੁਰੂਆਤ ਤੋਂ ਦੇਖਣੀ ਹੈ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਿੱਤਾ ਜਾਏਗਾ, ਪਹਿਲੀ ਵੀਡੀਓ ਤੋਂ 6ਵੀਂ ਵੀਡੀਓ ਤੱਕ ਤੁਸੀਂ ਸਾਰੀ ਪੋਲਿਟੀ ਦੀ ਸੀਰੀਜ਼ ਦੇਖੋ। ਆਪਾਂ ਅੱਜ ਕੀ ਕਰਾਂਗੇ, ਪੋਲਿਟੀ ਦੇ MCQs ਕਰਾਂਗੇ ਇੰਪੋਰਟੈਂਟ। ਆਪਾਂ 2 ਕਲਾਸਾਂ ਲਵਾਂਗੇ ਜਿਨ੍ਹਾਂ ਵਿੱਚ 30 MCQs ਲਵਾਂਗੇ, ਠੀਕ ਹੈ ਜੀ, ਜਿਹੜੇ ਬਹੁਤ ਇੰਪੋਰਟੈਂਟ ਨੇ, ਜਿਹੜੇ ਆਪਣੇ ਪੇਪਰਾਂ ਦੇ ਵਿੱਚ ਆ ਸਕਦੇ ਨੇ। ਤਾਂ ਆਪਾਂ ਪੋਲਿਟੀ ਦੇ MCQs ਕਰਾਂਗੇ। ਪਹਿਲਾਂ ਤੁਸੀਂ ਇਹ ਸੀਰੀਜ਼ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਜਿਹੜੀ ਹੈ ਪੋਲਿਟੀ ਪੂਰੀ ਸਮਝ ਆ ਜਾਊਗੀ, ਫਿਰ ਤੁਸੀਂ MCQs ਕਰ ਪਾਓਗੇ। ਨਾਲ ਦੇ ਨਾਲ ਰੀਜ਼ਨਿੰਗ ਦੀ ਸੀਰੀਜ਼ ਜਿਹੜੀ ਹੈ ਉਹ ਵੀ ਚੱਲ ਰਹੀ ਹੈ, ਉਹਦਾ ਵੀ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦੇ ਦਿੱਤਾ ਜਾਏਗਾ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਥੱਲੇ ਆ ਕੇ ਡਿਸਕ੍ਰਿਪਸ਼ਨ ਦੇਖ ਸਕਦੇ ਹੋ, ਲਿੰਕ ਦਿੱਤਾ ਜਾਊਗਾ। ਨਾਲ ਦੇ ਨਾਲ ਤੁਸੀਂ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿਹਦਾ ਨਾਮ ਹੈ ਪੰਜਾਬ ਪੁਲਿਸ GK। ਉਹਦਾ ਲਿੰਕ ਵੀ ਜਿਹੜਾ ਥੱਲੇ ਡਿਸਕ੍ਰਿਪਸ਼ਨ ਦੇ ਦਿੱਤਾ ਜਾਊਗਾ। ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਤੁਹਾਨੂੰ ਨਵੀਆਂ ਅਪਡੇਟਸ ਜੋ ਸਾਡੇ ਪੇਪਰਾਂ ਲਈ ਇੰਪੋਰਟੈਂਟ ਨੇ ਤੁਹਾਨੂੰ ਮਿਲਦੀਆਂ ਰਹਿਣਗੀਆਂ। ਇਸ ਕਰਕੇ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਤੇ ਇਹਦੀਆਂ 6 ਵੀਡੀਓ ਦੇਖ ਕੇ ਫਿਰ ਨਾਲ ਦੇ ਨਾਲ ਪੋਲਿਟੀ ਦੇ MCQ ਸੀਰੀਜ਼ ਜ਼ਰੂਰ ਦੇਖੋ, ਬਿਕੋਜ਼ ਇਹ ਬਹੁਤ ਇੰਪੋਰਟੈਂਟ MCQs ਨੇ ਜਿਹੜੇ ਆਪਾਂ ਕਵਰ ਕਰਾਂਗੇ ਪੇਪਰਾਂ ਦੇ ਵਿੱਚ। ਬਹੁਤ ਉਮੀਦ ਹੈ ਵੀ ਇਹਨਾਂ ਵਿੱਚੋਂ ਕੁਐਸਚਨ ਜਿਹੜਾ ਬਣ ਸਕਦਾ ਹੈ। ਤਾਂ ਪਹਿਲਾ ਕੁਐਸਚਨ ਦੇਖਣ ਜਾ ਰਹੇ ਹਾਂ ਜੀ, ਭਾਰਤ ਦੇ ਉਪ ਰਾਸ਼ਟਰਪਤੀ ਦਾ ਨਾਮ ਦੱਸੋ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਦੱਸੋ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਦੱਸੋ। ਜਿਹੜਾ ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਸੀ ਨਾ, ਜਿਹੜਾ ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਸੀ ਉਹਦਾ ਨਾਮ ਦੱਸੋ, ਠੀਕ ਹੈ ਜੀ। ਆਪਸ਼ਨ ਦਿੱਤਾ ਬਈ ਡਾਕਟਰ ਰਾਜਿੰਦਰ ਪ੍ਰਸਾਦ, S ਰਾਧਾ ਕ੍ਰਿਸ਼ਨ। ਤਾਂ ਕਿ ਆਪਣਾ ਜਿਹੜਾ ਆਨਸਰ ਹੈ ਤੁਸੀਂ ਪੌਜ਼ ਕਰਕੇ ਅਟੈਂਪਟ ਕਰ ਲੈਣਾ। ਮੈਨੂੰ ਉਮੀਦ ਹੈ ਤੁਹਾਨੂੰ ਆਉਂਦਾ ਹੋਊਗਾ, ਬਿਕੋਜ਼ ਆਪਾਂ ਪਹਿਲਾਂ ਪੜ੍ਹਿਆ ਪਿਆ, ਤੁਸੀਂ ਪੌਜ਼ ਕਰਕੇ ਅਟੈਂਪਟ ਕਰ ਲੈਣਾ ਹੈ। S ਰਾਧਾ ਕ੍ਰਿਸ਼ਨ ਜਿਹੜਾ ਸਹੀ ਆਨਸਰ ਹੈ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ S ਰਾਧਾ ਕ੍ਰਿਸ਼ਨ ਸੀਗਾ, ਠੀਕ ਹੈ ਜੀ। ਤੇ ਰਾਜਿੰਦਰ ਪ੍ਰਸਾਦ ਕੌਣ ਸੀ? ਪਹਿਲੇ ਰਾਸ਼ਟਰਪਤੀ। ਰਾਜਿੰਦਰ ਪ੍ਰਸਾਦ ਪਹਿਲੇ ਰਾਸ਼ਟਰਪਤੀ ਸੀਗੇ, ਉਪ ਰਾਸ਼ਟਰਪਤੀ S ਰਾਧਾ ਕ੍ਰਿਸ਼ਨ ਸੀਗੇ, ਠੀਕ ਹੈ ਜੀ। ਪਹਿਲਾ ਕੁਐਸਚਨ ਹੋ ਗਿਆ। ਦੂਜਾ ਕੁਐਸਚਨ, ਕੈਗ ਯਾਨੀ ਕਿ ਕੰਟਰੋਲਰ ਆਡੀਟਰ ਜਨਰਲ ਜਿਹਨੂੰ ਆਪਾਂ ਕਹਿੰਦੇ ਆ, ਕੈਗ ਨੂੰ ਕੰਟਰੋਲਰ ਤੇ ਆਡੀਟਰ ਜਨਰਲ ਆਪਣੀ ਰਿਪੋਰਟ ਕਿਸ ਨੂੰ ਜਮ੍ਹਾਂ ਕਰਵਾਉਂਦਾ ਹੈ। ਕੈਗ ਜਿਹੜੀ ਆਪਣੀ ਰਿਪੋਰਟ ਬਣਾਉਂਦਾ, ਜਿਹੜੀ ਉਸ ਚੀਜ਼ ਦੱਸਿਆ ਸੀ ਤੁਹਾਨੂੰ ਵੀ ਕੈਗ ਆਫੀਸਰ ਹੁੰਦਾ ਹੈ ਜੋ ਰਿਪੋਰਟ ਬਣਾਉਂਦਾ ਹੈ ਜਿਹਦੇ ਵਿੱਚ ਦੱਸਦਾ ਹੈ ਵੀ ਜਨਤਾ ਦਾ ਪੈਸਾ ਖਰਾਬ ਤਾਂ ਨਹੀਂ ਹੋ ਰਿਹਾ, ਕੋਈ ਘੁਟਾਲਾ ਤਾਂ ਨਹੀਂ ਹੋ ਰਿਹਾ। ਤਾਂ ਕੈਗ ਆਪਣੀ ਰਿਪੋਰਟ ਕਿਸ ਨੂੰ ਜਮ੍ਹਾਂ ਕਰਵਾਉਂਦਾ ਹੈ? ਪਹਿਲਾ ਆਪਸ਼ਨ ਹੈਗਾ ਲੋਕ ਸਭਾ ਸਪੀਕਰ ਨੂੰ, ਦੂਜਾ ਆਪਸ਼ਨ ਹੈਗਾ ਰਾਸ਼ਟਰਪਤੀ ਨੂੰ। ਤਾਂ ਆਨਸਰ ਹੈਗਾ ਜੀ ਰਾਸ਼ਟਰਪਤੀ। ਤੁਸੀਂ ਪੌਜ਼ ਕਰਕੇ ਅਟੈਂਪਟ ਕਰੀ ਜਾਣਾ ਹੈ, ਮੈਂ ਆਨਸਰ ਤੁਹਾਨੂੰ ਦੱਸੀ ਜਾਵਾਂਗਾ। ਕੈਗ ਆਪਣੀ ਰਿਪੋਰਟ ਕਿਸ ਨੂੰ ਜਮ੍ਹਾਂ ਕਰਾਉਂਦਾ ਹੈ? ਤਾਂ ਰਾਸ਼ਟਰਪਤੀ ਨੂੰ ਜਮ੍ਹਾਂ ਕਰਾਉਂਦਾ ਹੈ। ਤੀਜਾ ਕੁਐਸਚਨ ਕਰਨ ਜਾ ਰਹੇ ਹਾਂ ਜੀ, ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਦਾ ਨਾਮ ਦੱਸੋ। ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਦਾ ਨਾਮ ਦੱਸੋ। ਪਹਿਲਾ ਆਪਸ਼ਨ ਹੈਗਾ ਜੀ ਸੁਕੁਮਾਰ ਸੇਨ, ਦੂਜਾ ਆਪਸ਼ਨ ਹੈਗਾ ਜੀ ਡਾਕਟਰ ਨਗਿੰਦਰ ਸਿੰਘ। ਪਹਿਲਾ ਆਪਸ਼ਨ ਹੈਗਾ ਜੀ ਸੁਕੁਮਾਰ ਸੇਨ, ਦੂਜਾ ਹੈਗਾ ਡਾਕਟਰ ਨਗਿੰਦਰ ਸਿੰਘ। ਮਤਲਬ ਪਹਿਲਾਂ ਹੀ ਦੱਸਿਆ ਸੀਗਾ ਕਿ ਸੁਕੁਮਾਰ ਸੇਨ ਦਾ ਆਨਸਰ ਬਿਲਕੁਲ ਸਹੀ ਹੋਊਗਾ। ਪਹਿਲੇ ਚੋਣ ਕਮਿਸ਼ਨਰ ਸੀ ਸੁਕੁਮਾਰ ਸੇਨ। ਤੇ ਜਿਹੜਾ ਚੋਣ ਕਮਿਸ਼ਨ ਸੀਗਾ ਉਹਦਾ ਆਰਟੀਕਲ ਕਿੰਨਾ ਸੀਗਾ? 324 ਆਰਟੀਕਲ। ਇਹ ਵੀ ਚੇਤੇ ਰੱਖਿਓ ਵੀ 324 ਆਰਟੀਕਲ 'ਚ ਚੋਣ ਕਮਿਸ਼ਨ ਜਿਹੜਾ ਬਣਦਾ ਹੈ। ਚੋਣ ਕਮਿਸ਼ਨ ਜਿਹੜਾ 324 ਆਰਟੀਕਲ 'ਚ ਬਣਦਾ ਤੇ ਪਹਿਲੇ ਮੁੱਖ ਚੋਣ ਕਮਿਸ਼ਨਰ ਸੁਕੁਮਾਰ ਸੇਨ ਸੀ। ਭਾਰਤ ਦੀ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਆਪਸ਼ਨ ਹੈਗਾ ਜੀ ਉਪ ਰਾਸ਼ਟਰਪਤੀ ਜਾਂ ਵਿੱਤ ਮੰਤਰੀ। ਤੁਸੀਂ ਮੈਨੂੰ ਆਪਸ਼ਨ ਦੱਸ, ਆਨਸਰ ਤੁਸੀਂ ਅਟੈਂਪਟ ਕਰ ਲਿਆ ਹੋਊਗਾ ਉਪ ਰਾਸ਼ਟਰਪਤੀ। ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ ਸੀ ਵੀ ਉਪ ਰਾਸ਼ਟਰਪਤੀ ਹੁੰਦਾ ਜਿਹੜਾ ਉਹ ਭਾਰਤ ਦੀ ਰਾਜ ਸਭਾ ਚੇਅਰਮੈਨ ਹੁੰਦਾ ਹੈ। ਭਾਰਤ ਦੀ ਰਾਜ ਸਭਾ ਚੇਅਰਮੈਨ ਉਪ ਰਾਸ਼ਟਰਪਤੀ ਹੁੰਦਾ ਹੈ। ਅਗਲਾ ਕੁਐਸਚਨ ਕਰਨ ਜਾ ਰਹੇ ਹਾਂ ਜੀ, ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਸੀ? ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਸੀ? ਪਹਿਲਾ ਆਪਸ਼ਨ ਹੈਗਾ ਜੀ ਡਾਕਟਰ BR ਅੰਬੇਦਕਰ, B ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਨਹਿਰੂ ਕਹਿ ਸਕਦੇ ਆਪਾਂ। ਦੇਖੋ ਆਪਾਂ ਨੂੰ ਇੱਕ ਚੀਜ਼ ਪਤਾ ਹੈ ਵੀ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਬਣਾਇਆ ਸੀਗਾ ਤਾਂ ਉਹਨਾਂ ਨੂੰ ਹੀ ਲਾਅ ਮਿਨਿਸਟਰ ਵੀ ਬਣਾਤਾ ਸੀਗਾ। ਵੀ ਪਹਿਲਾ ਲਾਅ ਮਿਨਿਸਟਰ ਕਾਨੂੰਨ ਮੰਤਰੀ ਵੀ ਡਾਕਟਰ BR ਅੰਬੇਦਕਰ ਜੀ ਨੂੰ ਬਣਾਤਾ ਸੀਗਾ। 6ਵਾਂ ਕੁਐਸਚਨ ਪੜਨ ਜਾ ਰਹੇ ਹਾਂ ਜੀ, ਰਾਈਟ ਟੂ ਪ੍ਰਾਪਰਟੀ 1978 ਕਿਸ ਸੋਧ ਰਾਹੀਂ ਕਾਨੂੰਨ ਅਧਿਕਾਰ ਬਣਾਇਆ ਗਿਆ? ਤਾਂ 44ਵਾਂ ਸੋਧ ਸੀਗਾ। ਆਪਾਂ ਪੜਿਆ ਸੀ ਰਾਈਟ ਟੂ ਪ੍ਰਾਪਰਟੀ ਜਿਹੜਾ 44ਵੀਂ ਸੋਧ ਰਾਹੀਂ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ। ਮੈਂ ਹੁਣ ਅਗਲੀ ਸਲਾਈਡ ਲਗਾ ਰਿਹਾ ਜੀ। ਹੁਣ ਆਪਾਂ 7ਵਾਂ ਕੁਐਸਚਨ ਦੇਖਣ ਜਾ ਰਹੇ ਹਾਂ ਜੀ, ਰਾਜ ਸਰਕਾਰਾਂ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਯਾਨੀ ਜੋ ਰਾਜ ਸਰਕਾਰ ਜਾਂ ਸਟੇਟ ਗਵਰਨਮੈਂਟ ਹੁੰਦੀ ਹੈ ਉਹਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਪਹਿਲਾ ਆਪਸ਼ਨ ਹੈਗਾ ਜੀ ਮੁੱਖ ਮੰਤਰੀ, ਦੂਜਾ ਹੈਗਾ ਰਾਜਪਾਲ। ਦੂਜਾ ਆਨਸਰ ਬਿਲਕੁਲ ਸਹੀ ਹੋਊਗਾ। ਜਿਵੇਂ ਕਿ ਆਪਣੇ ਸੈਂਟਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਲਈ ਪ੍ਰੈਜ਼ੀਡੈਂਟ ਹੁੰਦਾ ਹੈ ਜੀ, ਰਾਸ਼ਟਰਪਤੀ ਹੁੰਦਾ ਹੈ, ਉਵੇਂ ਰਾਜਾਂ ਲਈ
यानी कि स्टेटां दे लई राजपाल हुंदा है। तुसीं इस चीज़ दा ध्यान रखना, पेपर दे विच पुछया जांदा है। राजपाल नूं गवर्नर भी कहने आपां, ठीक है जी। 1993 विच किस सोध राहीं नगरपालिका यानी कि नगर निगम ते नगरपालिका सेम हुंदे हन, किहड़े सोध राहीं या किहड़े बिल राहीं पास किया गया? 73वां सोध जां 74वां सोध? ਆਪਾਂ ਇਹਨੂੰ ਬੜਾ ਡੀਪ ਚ ਪੜਿਆ ਸੀਗਾ। 74ਵਾਂ ਸੋਧ ਆਨਸਰ ਠੀਕ ਹੋਊਗਾ। 74ਵੇਂ ਸੋਧ ਰਾਹੀਂ ਨਗਰਪਾਲਿਕਾ ਐਡ ਕੀਤੀ ਸੀ। 73ਵੇਂ ਸੋਧ ਰਾਹੀਂ ਪੰਚਾਇਤ, ਠੀਕ ਹੈ ਜੀ। ਪੰਚਾਇਤ ਜਿਹੜੀ ਹੈ ਉਹ 73ਵੇਂ ਸੋਧ ਰਾਹੀਂ ਸੀ। 74ਵੇਂ ਸੋਧ ਰਾਹੀਂ ਨਗਰਪਾਲਿਕਾ ਸੀ। ਇਸ ਚੀਜ਼ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ। ਭਾਰਤ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਦੀ ਗੱਲ ਕੀਤੀ ਹੈ? यानी कि भारतीय संविधान दे विच कितनियां लैंग्वेजेस, कितनियां भाषावां की गल की है? ठीक है जी। पहला ऑप्शन है 20, दूजा ऑप्शन है 22 आंसर ठीक होगा। आप पढ़िया सी 22 लैंग्वेजेस की गल की गई है। भारतीय संविधान दे विच 22 लैंग्वेजेस की गल की गई है। भाषावां नूं किहड़े कार्यक्रम दसो क्वेश्चन कर रहे हैं, भाषावां नूं किहड़े कार्यक्रम शेड्यूल विच रखा गया है? जो 22 भाषावां की गल कर रहे सी उसनूं किहड़े शेड्यूल दे विच रखा गया संविधान दे? ठीक है जी। किहड़े शेड्यूल दे विच रखा गया है? तो 8वां शेड्यूल होगा आंसर। 8वें शेड्यूल दे विच 22 भाषावां की गल की है। 8वां शेड्यूल दे विच 22 भाषावां की गल की है। ते भारत किन्ने शेड्यूल हुंदे हन? तो 12 शेड्यूल हुंदे हन। ध्यान रखना है 12 शेड्यूल ने इस टाइम संविधान दे विच 12 शेड्यूल ने इस टाइम। 11वां क्वेश्चन करन जा रहे हैं जी। भारत के वित्त कमीशन का गठन कौन करता है? जिहड़ा फाइनांस कमीशन हुंदा है, वित्त कमीशन जिन्होंने आपां कहने आ, उसका गठन कौन करता है? पहला ऑप्शन है जी राष्ट्रपति, दूजा ऑप्शन है जी प्रधानमंत्री। देखो राष्ट्रपति टिक ला देना है, राष्ट्रपति गठन करता है वित्त कमीशन का। तो एक गल होर, जे कोई नियुक्ति आ जाए, जे कोई अपॉइंटमेंट आ जाए ना भी इनू अपॉइंट कौन करता है, तो तुसीं बेझिझक आंसर राष्ट्रपति ला सकते हो। क्योंकि मोस्ट जिहड़ा संविधान विच अपॉइंटमेंट्स है या जिहड़ियां नियुक्तियां होंदियां वो नियुक्ति सिर्फ राष्ट्रपति ही करता है। जिवें कैग की नियुक्ति होगी, राजपाल की नियुक्ति होगी, होर कई सारियां नियुक्तियां जिहड़ियां वो जिहड़ा अपना राष्ट्रपति करता है। तुसीं अपॉइंटमेंट से कोई भी क्वेश्चन आ जाए की करना है, राष्ट्रपति टिक ला देना है। ये बहुत इंपॉर्टेंट पॉइंट है। कई क्वेश्चन जिहड़े तुहाडे सीधा ही कवर हो जाणगे इहदे नाल। कई क्वेश्चनों की गल कर रहे हैं, कम से कम 5-7 क्वेश्चन तुहाडे सीधा कवर करते मैंने इसी सिर्फ एक पॉइंट नाल। ठीक है जी। भारत के वित्त कमीशन का गठन कौन करता है? तो राष्ट्रपति करता है। 12वां क्वेश्चन देखने जा रहे हैं जी। लोक सभा का मुखी कौन होता है? आपां राज सभा का मुखी पढ़िया सीगा, उप राष्ट्रपति। लोक सभा का हेड कौन होता है? स्पीकर। ठीक है जी। लोक सभा का मुखी कौन होता है? स्पीकर। तो इस टाइम स्पीकर कौन है लोक सभा का? ओम बिरला। ठीक है जी। ओम बिरला जिहड़ा इस टाइम स्पीकर है, ओम बिरला इस टाइम लोक सभा स्पीकर है। तुहानूं पुछ लिया हुण स्पीकर कौन है लोक सभा का? तुसीं कहना ओम बिरला। ते लोक सभा का मुखी कौन होंदा? स्पीकर। 13वां क्वेश्चन जी। भारतीय संविधान विच भारत की की परिभाषा है? भारतीय संविधान है उहदे विच भारत नूं की कहा गया है? राज्यां दा संघ या अर्थ संघी? देखो राज्यां दा संघ या अर्थ संघी ਆਪਾਂ ਪਹਿਲੇ ਪੜਿਆ ਸੀ यूनियन ऑफ स्टेट्स ਕਿਹਾ ਜਾਂਦਾ ਭਾਰਤ ਨੂੰ, यानी कि यूनियन ऑफ स्टेट्स राज्यां दा संघ किया जाता है। भारतीय संविधान राही भारत की परिभाषा राज्यां दा संघ है, भी यूनियन ऑफ स्टेट्स है। ठीक है। 13 क्वेश्चन हो गए। मैं अगली स्लाइड लगाने जा रही हूं। तो हम 14th क्वेश्चन देखने जा रहे हैं जी। राष्ट्रपति की उम्र कितनी होनी चाहिए है? यानी मिनिमम उम्र कितनी चाहिए है राष्ट्रपति बनने लई? तो 35 साल आंसर होगा। मिनिमम 35 साल का बंदा राष्ट्रपति बन सकता है। तो प्रधानमंत्री लिए 25 साल, प्रधानमंत्री लिए 25 साल, राष्ट्रपति लिए 35 साल। दो चीज़ों का ध्यान रखना है। प्रधानमंत्री लिए 25 साल, राष्ट्रपति लिए 35 साल। नागरिकता किहड़े हिस्से विच है? आपां हिस्से पढ़े सीगे, ठीक है ना जी। तो हिस्सिਆਂ ਦੇ पार्ट्स पढ़े सी ना, तो किहड़े हिस्से च नागरिकता की गल की है, सिटीजनशिप की गल की है? हिस्सा पहला या हिस्सा दूजा? हिस्सा दूजा। हिस्से दूजे विच नागरिकता की गल की है। तुसीं ध्यान रखना है इस टाइम किन्ने पार्ट्स ने, किन्ने हिस्से ने इस टाइम? तो 25 हिस्से ने संविधान दे विच इस टाइम। इस टाइम 25 पार्ट्स ने, 25 हिस्से ने संविधान दे विच। बुनियादी अधिकार किन्ने हुंदे हन? किन्ने बुनियादी अधिकार ने? ये क्वेश्चन तुहानूं आउणे चाहिदा है।
ਬੁਨਿਆਦੀ ਅਧਿਕਾਰ ਕਿੰਨੇ ਹਨ? ਤਾਂ 6 ਬੁਨਿਆਦੀ ਅਧਿਕਾਰ ਹਨ ਸੰਵਿਧਾਨ ਵਿੱਚ। 6 ਬੁਨਿਆਦੀ ਅਧਿਕਾਰ ਹਨ ਸੰਵਿਧਾਨ ਵਿੱਚ। ਬੁਨਿਆਦੀ ਫਰਜ਼ ਕਿੰਨੇ ਹੁੰਦੇ ਹਨ? ਬੁਨਿਆਦੀ ਫਰਜ਼ ਕਿੰਨੇ ਹੈ? ਜਿਹੜੇ ਬੁਨਿਆਦੀ ਫਰਜ਼ ਹੈ, ਸਾਡੇ ਫਰਜ਼ ਹੈ, ਉਹ ਕਿੰਨੇ ਹਨ? ਤਾਂ 11 ਹਨ। ਇੱਕ ਹੋਰ ਗੱਲ, ਬੁਨਿਆਦੀ ਅਧਿਕਾਰ ਕਿੱਥੋਂ ਲਿੱਤੇ ਗਏ ਸੀਗੇ? USA ਤੋਂ। ਤੇ ਬੁਨਿਆਦੀ ਫਰਜ਼ ਕਿੱਥੋਂ ਲਿੱਤੇ ਗਏ ਸੀਗੇ ਜੀ? ਰੂਸ ਤੋਂ। ਧਿਆਨ ਰੱਖਣਾ ਹੈ, ਬੁਨਿਆਦੀ ਫਰਜ਼ ਰੂਸ ਤੋਂ ਲਿੱਤੇ ਸੀਗੇ, ਬੁਨਿਆਦੀ ਅਧਿਕਾਰ USA ਤੋਂ ਲਿੱਤੇ ਸੀਗੇ। ਬੁਨਿਆਦੀ ਅਧਿਕਾਰ 6 ਹੁੰਦੇ ਨੇ, ਬੁਨਿਆਦੀ ਫਰਜ਼ 11 ਹੁੰਦੇ ਨੇ। ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? ਦੇਖੋ, ਲਾਗੂ ਕੀਤਾ ਤੇ ਅਪਣਾਇਆ ਅੱਡ ਅੱਡ ਸੀਗਾ, ਤਾਂ ਦੋਨਾਂ ਦਾ ਆਨਸਰ ਅੱਡ ਅੱਡ ਹੀ ਬਣੂਗਾ। ਲਾਗੂ ਕੀਤਾ ਸੀ ਆਪਾਂ 26 ਜਨਵਰੀ 1950 ਨੂੰ। 26 ਜਨਵਰੀ 1950 ਨੂੰ ਲਾਗੂ ਕੀਤਾ ਸੀਗਾ ਤੇ ਅਪਣਾਇਆ ਸੀਗਾ 26 ਨਵੰਬਰ ਨੂੰ। ਜਿਨ੍ਹਾਂ ਨੇ ਸੀਰੀਜ਼ ਦੇਖੀ ਹੋਣੀ ਉਹਨਾਂ ਨੂੰ ਇਹ ਸਭ ਕੁਝ ਯਾਦ ਹੋ ਰਿਹਾ ਹੋਣਾ। ਬਾਕੀ ਥੋੜੀ ਜਿਹੀ ਮੇਰੀ ਪੰਜਾਬੀ ਜਿਹੜੀ ਹੈ ਨਾ ਕਮਜ਼ੋਰ ਹੈ, ਤੁਸੀਂ ਪਲੀਜ਼ ਜੇ ਕੁਝ ਮੇਰੇ ਤੋਂ ਗਲਤੀ ਹੋ ਜਾਂਦੀ ਕੋਈ ਸਪੈਲਿੰਗ ਦੇ ਵਿੱਚ ਤਾਂ ਪਲੀਜ਼ ਮੈਨੂੰ ਮਾਫ ਕਰ ਦਿਓ। ਮੈਂ ਵੈਸੇ ਕੋਸ਼ਿਸ਼ ਕਰਦਾ ਕੋਈ ਗਲਤੀ ਨਾ ਹੋਵੇ, ਫਿਰ ਵੀ ਮੈਂ ਐਕਚੁਅਲੀ ਮੇਰੀ ਸਕੂਲਿੰਗ ਜਿਹੜੀ ਉਹ ਇੰਗਲਿਸ਼ 'ਚ ਹੋਈ ਸੀਗੀ, ਮੈਂ ਪੰਜਾਬੀ ਟੀਚ ਪਹਿਲੀ ਵਾਰੀ ਕਰ ਰਿਹਾ, ਸੋ ਗਲਤੀ ਹੁੰਦੀ ਹੈ ਤਾਂ ਮਾਫ ਕਰਿਓ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਗਲਤੀ ਕੋਈ ਨਾ ਹੋਵੇ। ਜੇ ਗਲਤੀ ਹੁੰਦੀ ਵੀ ਮੈਂ ਸਿਰਫ ਬੋਲ ਕੇ ਦੱਸ ਦਿੰਦਾ ਕਿ ਉਹਦਾ ਅੱਖਰ ਦਾ ਮਤਲਬ ਕੀ ਹੈ, ਠੀਕ ਹੈ ਨਾ ਜੀ। ਸੋ ਪਲੀਜ਼ ਉਸਨੂੰ ਥੋੜਾ ਜਿਹਾ ਮਾਫ ਕਰਿਓ ਜੇ ਤੁਹਾਨੂੰ ਲੱਗਦਾ ਵੀ ਕੋਈ ਗਲਤੀ ਹੋਗੀ ਤਾਂ। ਸੋ ਆਪਾਂ ਅਗਲਾ ਕੁਐਸਚਨ ਕਰਨ ਜਾ ਰਹੇ ਹਾਂ ਜੀ। 19th ਕੁਐਸਚਨ, ਭਾਰਤੀ ਸੰਵਿਧਾਨ ਦਾ ਸਲਾਹਕਾਰ ਕੌਣ ਸੀ? BN ਰਾਓ ਜਾਂ MN ਰਾਏ? ਠੀਕ ਹੈ ਨਾ, ਕੰਫਿਊਜ਼ ਨਹੀਂ ਹੋਣਾ, ਦੋਨਾਂ ਦੇ ਨਾਮ ਇੱਕੋ ਜਿਹੇ ਬਣਦੇ ਆ। BN ਰਾਓ ਸਲਾਹਕਾਰ ਸੀਗਾ ਤੇ MN ਰਾਏ ਨੇ ਆਈਡੀਆ ਦਿੱਤਾ ਸੀਗਾ। ਦੋਨਾਂ 'ਚ ਬਿਲਕੁਲ ਕੰਫਿਊਜ਼ ਨਹੀਂ ਹੋਣਾ ਤੁਸੀਂ, ਠੀਕ ਹੈ ਜੀ। ਭਾਰਤੀ ਸੰਵਿਧਾਨ ਦਾ ਸਲਾਹਕਾਰ ਕੌਣ ਸੀ? BN ਰਾਓ ਨੇ ਸਲਾਹਕਾਰ ਸੀਗੇ ਤੇ MN ਰਾਏ ਨੇ ਆਈਡੀਆ ਦਿੱਤਾ ਸੀਗਾ। ਆਪਣੇ 19 ਕੁਐਸਚਨ ਹੋ ਗਏ ਹੈ, ਮੈਂ ਅਗਲੀ ਸਲਾਈਡ ਲਗਾਉਣ ਜਾ ਰਿਹਾ। ਹੁਣ ਆਪਾਂ 20th ਕੁਐਸਚਨ ਦੇਖਣ ਜਾ ਰਹੇ ਹਾਂ ਜੀ। ਭਾਰਤੀ ਝੰਡੇ ਵਿੱਚ ਅਸ਼ੋਕ ਚੱਕਰ ਵਿੱਚ ਧਾਰੀਆਂ ਦੀ ਗਿਣਤੀ ਦੱਸੋ। ਦੇਖੋ, ਜਿਹੜਾ ਭਾਰਤੀ ਝੰਡਾ ਨਾ ਐਵੇਂ ਦਾ ਦਿਖਦਾ ਹੈ, ਤਿੰਨ ਕਲਰ ਨੇ, ਇਹਦੇ ਵਿੱਚ ਅਸ਼ੋਕ ਚੱਕਰ ਹੈ, ਉਹਦੇ ਧਾਰੀਆਂ ਐਵੇਂ, ਉਹ ਧਾਰੀਆਂ ਦੀ ਗਿਣਤੀ ਦੱਸਣੀ ਆਪਾਂ। ਤਾਂ 24 ਧਾਰੀਆਂ ਨੇ ਉਹਦੇ ਵਿੱਚ। ਆਪਸ਼ਨ ਹੈਗਾ 22 ਕਿ 24। 24 ਆਨਸਰ ਬਣੂਗਾ। ਭਾਰਤੀ ਝੰਡੇ ਦੇ ਵਿੱਚ ਅਸ਼ੋਕ ਚੱਕਰ ਹੈ, ਅਸ਼ੋਕ ਚੱਕਰ ਦੇ ਵਿੱਚ ਧਾਰੀਆਂ ਦਿੱਤੀਆਂ ਗਈਆਂ। ਕਿੰਨੀਆਂ ਧਾਰੀਆਂ ਹਨ? ਤਾਂ 24 ਧਾਰੀਆਂ ਹਨ। ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਜਾਂਦਾ ਹੁੰਦਾ ਕਈ ਵਾਰੀ। ਜਿਹੜਾ 7ਵਾਂ ਕਾਰਜਕ੍ਰਮ ਹੈ ਕਿੰਨੀ ਸੂਚੀਆਂ ਦੀ ਗੱਲ ਕਰਦਾ ਹੈ? ਆਪਾਂ ਪੜ੍ਹੀਆਂ ਸੀ, ਸੂਚੀਆਂ ਪੜ੍ਹੀਆਂ ਸੀ ਆਪਾਂ। 7ਵੇਂ ਕਾਰਜਕ੍ਰਮ 'ਚ ਆਉਂਦੀਆਂ। ਤਾਂ ਆਨਸਰ ਪੁੱਛ ਰਿਹਾ 2 ਕਿ 3? ਆਨਸਰ ਹੈਗਾ ਜੀ 3। 3 ਸੂਚੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਨ? ਇੱਕ ਕੇਂਦਰ ਸੂਚੀ, ਦੂਜੀ ਸਟੇਟ ਸੂਚੀ, ਤੀਜੀ ਇਕਸਾਰ ਸੂਚੀ। ਕੇਂਦਰ ਸੂਚੀ ਤੇ ਸਿਰਫ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ, ਸਟੇਟ ਸੂਚੀ ਤੇ ਸਿਰਫ ਸਟੇਟ ਸਰਕਾਰ, ਇਕਸਾਰ ਸੂਚੀ ਤੇ ਦੋਨੋਂ ਸਰਕਾਰਾਂ, ਸਟੇਟ ਵੀ ਕੇਂਦਰ ਵੀ, ਦੋਨੋਂ ਕਾਨੂੰਨ ਬਣਾ ਸਕਦੀਆਂ। ਤਾਂ ਸੂਚੀਆਂ ਕਿੰਨੀਆਂ ਹਨ? 3 ਸੂਚੀਆਂ ਹਨ। ਤਿੰਨਾਂ ਦੇ ਨਾਮ ਮੈਂ ਤੁਹਾਨੂੰ ਡੀਪ 'ਚ ਕਰਾਏ ਸੀਗੇ, ਤਿੰਨਾਂ ਬਾਰੇ ਆਪਾਂ ਪੜ੍ਹਿਆ ਵੀ ਹੈ, ਠੀਕ ਹੈ ਜੀ। ਸਿੱਖਿਆ ਦਾ ਅਧਿਕਾਰ ਕਿਹੜੇ ਆਰਟੀਕਲ ਵਿੱਚ ਦਿੱਤਾ ਗਿਆ ਹੈ? ਰਾਈਟ ਟੂ ਐਜੂਕੇਸ਼ਨ ਆਪਾਂ ਕਹਿੰਦੇ ਆ ਨੂੰ, ਕਿਹੜੇ ਆਰਟੀਕਲ ਵਿੱਚ ਦਿੱਤਾ ਗਿਆ ਸਿੱਖਿਆ ਦਾ ਅਧਿਕਾਰ? ਵੀ ਰਾਈਟ ਟੂ ਐਜੂਕੇਸ਼ਨ ਹੋਣੀ ਚਾਹੀਦੀ ਹੈ। ਤੇ ਕਿੰਨੇ ਸਾਲ ਦੇ ਬੱਚਿਆਂ ਤੱਕ ਮਿਲਦਾ ਹੈ ਰਾਈਟ ਟੂ ਐਜੂਕੇਸ਼ਨ? 6 ਤੋਂ 14 ਸਾਲ। 6 ਤੋਂ 14 ਸਾਲ ਨੂੰ ਸਰਕਾਰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਾਉਂਦੀ ਹੈ। 6 ਤੋਂ 14 ਸਾਲ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਸਿੱਖਿਆ ਦਾ ਅਧਿਕਾਰ ਕਿਹਾ ਜਾਂਦਾ ਹੈ ਇਹਨੂੰ। ਸਿੱਖਿਆ ਦਾ ਅਧਿਕਾਰ ਕਿਹੜੇ ਆਰਟੀਕਲ ਵਿੱਚ ਦਿੱਤਾ ਹੈ? ਆਰਟੀਕਲ 21 ਜਾਂ ਆਰਟੀਕਲ 21A? ਤਾਂ ਆਨਸਰ ਹੋਊਗਾ ਆਰਟੀਕਲ 21A। ਆਰਟੀਕਲ 21A ਦੇ ਵਿੱਚ ਗੱਲ ਕੀਤੀ ਗਈ ਹੈ ਸਿੱਖਿਆ ਦੇ ਅਧਿਕਾਰ ਦੀ, ਠੀਕ ਹੈ ਜੀ। ਤੇ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰਾਈ ਜਾਂਦੀ ਹੈ। ਤੁਸੀਂ ਧਿਆਨ ਰੱਖਣਾ, 6 ਤੋਂ 14 ਵੀ ਪੁੱਛਦਾ ਹੈ, ਆਰਟੀਕਲ 21A ਵੀ ਪੁੱਛਦਾ ਪੇਪਰ ਦੇ ਵਿੱਚ। 23ਵਾਂ ਕੁਐਸਚਨ ਦੇਖ ਰਹੇ ਹਾਂ ਜੀ। ਕਿਸ ਸੋਧ ਨੂੰ ਛੋਟਾ ਸੰਵਿਧਾਨ ਕਿਹਾ ਜਾਂਦਾ ਹੈ? ਮਿਨੀ ਕਨਸਟੀਟਿਊਸ਼ਨ ਕਿਹੜੇ ਸੋਧ ਨੂੰ ਕਿਹਾ ਜਾਂਦਾ ਹੈ? ਤੁਹਾਡੇ ਆਪਸ਼ਨ ਹੈਗੇ ਜੀ 42ਵਾਂ ਸੋਧ ਕਿ 44ਵਾਂ ਸੋਧ, ਠੀਕ ਹੈ ਜੀ। 42ਵਾਂ ਸੋਧ ਕਿ 44ਵਾਂ ਸੋਧ? ਕਿਹਨੂੰ ਛੋਟਾ ਸੰਵਿਧਾਨ ਕਿਹਾ ਜਾਂਦਾ ਹੈ? ਧਿਆਨ ਰੱਖਣਾ, ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ 42ਵੇਂ ਸੋਧ ਨੂੰ। ਤੇ 42ਵਾਂ ਸੋਧ ਆਇਆ ਸੀ 1976 ਦੇ ਵਿੱਚ। 1976 ਦੇ ਵਿੱਚ 42ਵਾਂ ਸੋਧ ਆਇਆ ਸੀਗਾ ਤੇ ਇਸ ਨੂੰ ਛੋਟਾ ਸੰਵਿਧਾਨ ਕਿਹਾ ਜਾਂਦਾ ਹੈ। ਬਹੁਤ ਇੰਪੋਰਟੈਂਟ ਹੈ, ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਇਹਨੂੰ। ਪੇਪਰ ਦੇ ਵਿੱਚ ਇਹ ਕੁਐਸਚਨ ਤਾਂ ਬਹੁਤ ਰਿਪੀਟ ਹੁੰਦਾ ਹੈ। ਇਹ ਨਾਲੇ ਕਦੋਂ ਆਇਆ ਸੀ? 1976 ਦੇ ਵਿੱਚ, ਠੀਕ ਹੈ। ਛੋਟਾ ਸੰਵਿਧਾਨ 42ਵਾਂ ਸੋਧ 1976 ਦੇ ਵਿੱਚ ਆਇਆ ਸੀਗਾ। 24ਵਾਂ ਕੁਐਸਚਨ ਦੇਖਣ ਜਾ ਰਹੇ ਹਾਂ ਜੀ। ਕਿਸ ਆਰਟੀਕਲ ਨੂੰ ਸੰਵਿਧਾਨ ਦੀ ਦਿਲ ਅਤੇ ਰੂਹ ਕਿਹਾ ਜਾਂਦਾ ਹੈ?
यानी कि विच आर्टिकल इज नोन एज हार्ट एंड सोल ऑफ द कॉन्स्टिट्यूशन। हार्ट एंड सोल ऑफ द कॉन्स्टिट्यूशन किसको कहा जाता है? आर्टिकल 32 ਨੂੰ। आर्टिकल 32 ਨੂੰ ਕਿਉਂ ਕਿਹਾ ਜਾਂਦਾ ਹੈ? ਬਿਕੋਜ਼ ਆਰਟੀਕਲ 32 ਦੇ ਵਿੱਚ ਜੇ ਸਾਡੇ ਅਧਿਕਾਰ ਦੀ ਵਾਇਓਲੇਸ਼ਨ ਯਾਨੀ ਕਿ ਉਹਦੀ ਉਲੰਘਣਾ ਹੁੰਦੀ ਹੈ ਤਾਂ ਆਪਾਂ ਸੁਪਰੀਮ ਕੋਰਟ ਜਾਂ ਕਿਸੇ ਵੀ ਅਦਾਲਤ 'ਚ ਜਾ ਕੇ ਆਰਟੀਕਲ 32 ਰਾਹੀਂ ਗੁਹਾਰ ਲਾ ਸਕਦੇ ਹਾਂ ਵੀ ਸਾਡਾ ਜਿਹੜਾ ਅਧਿਕਾਰ ਹੈ ਉਹ ਵਾਇਓਲੇਟ ਕੀਤੇ ਜਾ ਰਹੇ ਹੈ ਤੇ ਸਾਨੂੰ ਸਾਡੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਆਰਟੀਕਲ 32 ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਆਰਟੀਕਲ 32 ਦੇ ਵਿੱਚ ਆਪਾਂ ਰਿਟ ਪੜ੍ਹੇ ਸੀਗੇ। ਰਿਟ ਕਿੰਨੇ ਹੁੰਦੇ ਹਨ? ਤਾਂ 5 ਰਿਟ ਪੜ੍ਹੇ ਸੀ ਆਪਾਂ। 5 ਰਿਟ, 6 ਫੰਡਾਮੈਂਟਲ ਰਾਈਟ ਤੇ 11 ਫੰਡਾਮੈਂਟਲ ਡਿਊਟੀਜ਼। ਤਿੰਨਾਂ ਧਿਆਨ ਰੱਖਣਾ ਹੈ। ਤੇ ਰਿਟ ਕਿੱਥੋਂ ਲਿੱਤੇ ਸੀਗੇ? ਯੂਕੇ ਤੋਂ ਲਿੱਤੇ ਸੀ ਆਪਾਂ ਰਿਟ। ਜਿਹੜੇ ਰਿਟ ਲਿੱਤੇ ਸੀ ਆਪਾਂ ਯੂਕੇ ਤੋਂ ਲਿੱਤੇ ਸੀਗੇ ਰਿਟ। ਧਿਆਨ ਰੱਖਣਾ ਹੈ, ਰਿਟ 5 ਹੁੰਦੇ ਹਨ ਤੇ ਯੂਕੇ ਤੋਂ ਲਿੱਤੇ ਸੀਗੇ। ਆਰਟੀਕਲ 32 ਦੇ ਵਿੱਚ ਆਪਾਂ ਕੀ ਪੜਿਆ? ਇਸ ਨੂੰ ਕੀ ਕਿਹਾ ਜਾਂਦਾ ਹੈ? ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ। ਪੇਪਰ ਦੇ ਵਿੱਚ ਇਹ ਸਵਾਲ ਕਈ ਵਾਰੀ ਪੁੱਛਿਆ ਗਿਆ। ਠੀਕ ਹੈ ਜੀ। ਇਹ ਸਵਾਲ ਪਿਛਲੇ ਤੋਂ ਪਿਛਲੇ ਸਾਡਾ ਪੀਸੀਏ ਦਾ ਪੇਪਰ ਹੋਇਆ ਸੀ, ਪ੍ਰੀ ਦਾ ਪੇਪਰ ਹੋਇਆ ਸੀ ਪਿਛਲੇ ਤੋਂ ਪਿਛਲੇ ਸਾਲ, ਪ੍ਰੀ ਦਾ ਪੇਪਰ ਪੀਸੀਐਸ ਦਾ, ਉਹਦੇ ਵਿੱਚ ਵੀ ਇਹ ਸਵਾਲ ਸੀਗਾ ਪੇਪਰ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ। ਸੋ ਇੰਨਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇਸ ਕੁਐਸਚਨ ਨੂੰ ਜਿਹੜਾ ਬਿਲਕੁਲ ਭੁੱਲ ਨਹੀਂ ਸਕਦੇ। ਆਰਟੀਕਲ 32 ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਇਹ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੂਗਾ। ਤੁਸੀਂ ਇਸ ਕੁਐਸਚਨ ਨੂੰ ਰੱਟ ਲੈਣਾ ਬਿਲਕੁਲ। 25ਵਾਂ ਕੁਐਸਚਨ ਦੇਖਣ ਜਾ ਰਹੇ ਹਾਂ ਜੀ। ਸੰਵਿਧਾਨ ਦਾ ਪਹਿਲਾ ਪੰਨਾ ਕਿਹੜਾ ਹੈ? ਪਹਿਲਾ ਪੰਨਾ ਕੀ ਹੈ? ਆਪਾਂ ਬਹੁਤ ਇਹਨੂੰ ਡੀਪ ਚ ਪੜਿਆ ਸੀਗਾ। ਪਹਿਲੇ ਪੰਨੇ 'ਚ ਪੇਸ਼ਕਸ਼ ਹੈ ਜਾਂ ਆਰਟੀਕਲ ਨੇ? ਪਹਿਲੇ ਪੰਨੇ 'ਚ ਪ੍ਰੀਐਮਬਲ ਯਾਨੀ ਕਿ ਪੇਸ਼ਕਸ਼ ਹੈ ਜਾਂ ਆਰਟੀਕਲ ਨੇ? ਪਹਿਲੇ ਪੰਨੇ 'ਚ ਪ੍ਰੀਐਮਬਲ ਹੈ ਯਾਨੀ ਪੇਸ਼ਕਸ਼ ਹੈ। ਪੇਸ਼ਕਸ਼ ਆਪਾਂ ਪੇਸ਼ਕਸ਼ ਦਾ ਆਈਡੀਆ ਕਿੱਥੋਂ ਲਿੱਤਾ ਸੀ? ਯੂਐਸਏ ਤੋਂ। ਤੇ ਪੇਸ਼ਕਸ਼ ਦਾ ਆਈਡੀਆ ਦਿੱਤਾ ਕਿਹਨੇ ਸੀ ਹਿੰਦੁਸਤਾਨ ਦੇ ਵਿੱਚ? ਤਾਂ ਜਵਾਹਰ ਲਾਲ ਨਹਿਰੂ ਨੇ, ਪੰਡਿਤ ਨਹਿਰੂ ਨੇ ਦਿੱਤਾ ਸੀ ਆਈਡੀਆ ਵੀ ਇੱਕ ਪੇਸ਼ਕਸ਼ ਹੋਣੀ ਚਾਹੀਦੀ ਹੈ। ਪੰਡਿਤ ਨਹਿਰੂ ਨੇ, ਠੀਕ ਹੈ ਜੀ, ਪੰਡਿਤ ਨਹਿਰੂ ਨੇ ਦਿੱਤਾ ਸੀ ਆਈਡੀਆ ਵੀ ਇੱਕ ਪੇਸ਼ਕਸ਼ ਬਣਾਓ ਜਿਹੜਾ ਸਾਡੇ ਸੰਵਿਧਾਨ ਨੂੰ ਦਰਸਾਏ। ਇਹ ਸਾਰਾ ਸੰਵਿਧਾਨ ਦਰਸਾਉਂਦਾ ਹੈ। ਇਹਦੇ ਵਿੱਚ ਲਿਖਿਆ ਗਿਆ ਹੈ ਵੀ ਲੋਕਾਂ ਦੇ ਵਿੱਚ ਇਕਜੁੱਟਤਾ ਹੋਣੀ ਚਾਹੀਦੀ ਹੈ। ਸਾਰੇ ਸੰਵਿਧਾਨ ਨੂੰ ਜਿਹੜਾ ਦਰਸਾਉਂਦਾ ਹੈ ਵੀ ਲੋਕ ਇੱਕੋ ਬਣ ਕੇ ਰਹਿਣਗੇ। ਯੂਨਿਟੀ ਇਨ ਡਾਇਵਰਸਿਟੀ, ਵੀ ਲੋਕ ਇਕੱਠੇ ਹੋ ਕੇ ਅਲੱਗ-ਅਲੱਗ ਜਾਤਾਂ ਦੇ ਲੋਕ ਇਕੱਠੇ ਹੋ ਕੇ ਰਹਿਣਗੇ। ਇਹਨੂੰ ਜਿਹੜਾ ਪੇਸ਼ਕਸ਼ ਦੇ ਵਿੱਚ ਇਹ ਸਭ ਕੁਝ ਦੱਸਿਆ ਗਿਆ ਹੈ। ਤਾਂ ਪ੍ਰੀਐਮਬਲ ਪਹਿਲਾ ਪੇਜ ਹੁੰਦਾ ਹੈ, ਧਿਆਨ ਰੱਖਣਾ ਤਾਂ ਤੁਸੀਂ। ਠੀਕ ਹੈ ਜੀ। ਮੈਂ ਅਗਲੀ ਸਲਾਈਡ ਲਗਾਉਣ ਜਾ ਰਿਹਾ ਜੀ। ਤਾਂ ਆਪਾਂ 26ਵਾਂ ਕੁਐਸਚਨ ਦੇਖਣ ਜਾ ਰਹੇ ਹਾਂ ਜੀ। ਭਾਰਤ ਵਿੱਚ ਕਿੰਨੇ ਹਾਈ ਕੋਰਟ ਹਨ? ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ 24, ਪਰ ਆਨਸਰ ਹੈਗਾ 25। ਇੱਕ ਹਾਈ ਕੋਰਟ ਹੁਣੀ ਥੋੜੇ ਦਿਨ ਪਹਿਲਾਂ ਹੀ ਐਡ ਹੋਇਆ ਸੀ ਤੇ ਨਵਾਂ ਜਿਹੜੀ ਲਿਸਟ ਹੈ ਉਹਦੇ 25 ਹਾਈ ਕੋਰਟ ਹਨ। ਸਭ ਤੋਂ ਪੁਰਾਣਾ ਹਾਈ ਕੋਰਟ ਕਲਕੱਤਾ ਹਾਈ ਕੋਰਟ ਸਭ ਤੋਂ ਪਹਿਲਾ ਹਾਈ ਕੋਰਟ ਹੈ ਭਾਰਤ ਦਾ। ਕਲਕੱਤਾ ਹਾਈ ਕੋਰਟ ਸਭ ਤੋਂ ਪੁਰਾਣਾ ਹਾਈ ਕੋਰਟ ਜਿਹਨੂੰ ਆਪਾਂ ਕਹਿੰਦੇ ਆ। ਭਾਰਤ ਦੇ ਪਹਿਲੇ ਚੀਫ ਜਸਟਿਸ ਦਾ ਨਾਮ ਦੱਸੋ। ਚੀਫ ਜਸਟਿਸ ਸੁਪਰੀਮ ਕੋਰਟ ਦਾ ਹੈਡ ਹੁੰਦਾ ਹੈ। ਸੁਪਰੀਮ ਕੋਰਟ ਦਾ ਹੈਡ ਚੀਫ ਜਸਟਿਸ ਹੁੰਦਾ ਹੈ। ਤੇ ਪਹਿਲੇ ਚੀਫ ਜਸਟਿਸ ਦਾ ਨਾਮ ਦੱਸੋ। ਐਚ ਦੇ ਕਨੀਆ ਜਾਂ ਬੀ ਐਸ ਸਿੰਘ? ਐਚ ਦੇ ਕਨੀਆ ਆਪਾਂ ਪੇਪਰ 'ਚ ਕਵਰ ਕੀਤਾ ਸੀਗਾ ਆਪਾਂ ਇਹ ਵੀ ਚੀਜ਼। ਆਪਾਂ ਜਦੋਂ ਆਪਣੀ ਥਿਊਰੀ ਵਾਲੀ ਸੀਰੀਜ਼ ਹੈ ਨਾ ਉਹਦੇ 'ਚ ਆਪਾਂ ਕਵਰ ਕੀਤਾ ਸੀ। ਪਹਿਲੇ ਚੀਫ ਜਸਟਿਸ ਦਾ ਨਾਮ ਕੀ ਹੈ? ਤਾਂ ਐਚ ਦੇ ਕਨੀਆ ਨਾਮ ਹੈ ਪਹਿਲੇ ਚੀਫ ਜਸਟਿਸ ਦਾ। ਭਾਰਤ ਦੇ ਰਾਸ਼ਟਰਪਤੀ ਦਾ ਨਾਮ ਦੱਸੋ। 28ਵਾਂ ਕੁਐਸਚਨ ਹੈ। ਹੁਣ ਮੌਜੂਦਾ ਟਾਈਮ ਤੇ ਭਾਰਤ ਦਾ ਰਾਸ਼ਟਰਪਤੀ ਕੌਣ ਹੈ? ਰਾਮਨਾਥ ਕੋਵਿੰਦ, ਵੀਪੀ ਸਿੰਘ। ਰਾਮਨਾਥ ਕੋਵਿੰਦ ਆਨਸਰ ਠੀਕ ਹੋਊਗਾ। ਠੀਕ ਹੈ ਜੀ। ਹੁਣ ਰਾਸ਼ਟਰਪਤੀ ਹੈਗਾ ਰਾਮਨਾਥ ਕੋਵਿੰਦ। ਤੇ ਹੁਣ ਉਪ ਰਾਸ਼ਟਰਪਤੀ ਕੌਣ ਹੈ? ਵੈਂਕਈਆ ਨਾਇਡੂ। ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਹੈ ਤੇ ਭਾਰਤ ਦਾ ਰਾਸ਼ਟਰਪਤੀ ਹੈ ਰਾਮਨਾਥ ਕੋਵਿੰਦ। 29ਵਾਂ, ਭਾਰਤ ਵਿੱਚ ਕਿੰਨੀਆਂ ਰਾਜ ਕਿੰਨੀਆਂ ਸਟੇਟਾਂ ਹਨ? ਇਸ ਟਾਈਮ ਭਾਰਤ ਵਿੱਚ ਕਿੰਨੀਆਂ ਸਟੇਟਾਂ ਹਨ? ਬੱਚੇ ਆਨਸਰ ਕਰ ਦਿੰਦੇ 29 ਸਟੇਟਾਂ ਆਪਣੇ ਪੜਾਈਆਂ ਗਈਆਂ। ਪਰ ਹੁਣ 28 ਨੇ। ਜੰਮੂ ਕਸ਼ਮੀਰ ਸਟੇਟ ਨਹੀਂ ਰਹੀ। ਜੰਮੂ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਬਣ ਗਈ ਹੈ। ਉਹਦੇ ਨਾਲ ਹੀ 28 ਸਟੇਟਾਂ ਰਹਿ ਗਈਆਂ ਨੇ। ਇਹ ਤੁਸੀਂ ਧਿਆਨ ਰੱਖਣਾ। ਸਵੇਰੇ ਵੀ ਇੱਕ ਬੱਚੇ ਨੂੰ ਕਨਫਿਊਜ਼ਨ ਸੀ ਇਹਦੇ ਵਿੱਚ। 30ਵਾਂ ਕੁਐਸਚਨ ਕਰਨ ਜਾ ਰਹੇ ਹਾਂ ਜੀ। ਆਖਰੀ ਕੁਐਸਚਨ ਹੋਊਗਾ ਅੱਜ ਦਾ। ਭਾਰਤ ਵਿੱਚ ਕਾਨੂੰਨ ਦਾ ਰਾਜ ਹੈ, ਇਹ ਕਿੱਥੋਂ ਲਿੱਤਾ ਗਿਆ ਸੀਗਾ? ਭਾਰਤ ਵਿੱਚ ਕਾਨੂੰਨ ਦਾ ਰਾਜ ਹੋਊਗਾ ਯੂਕੇ ਤੋਂ ਲਿੱਤਾ ਸੀ ਜਾਂ ਯੂਐਸਏ ਤੋਂ ਲਿੱਤਾ ਸੀਗਾ? ਤਾਂ ਯੂਕੇ ਤੋਂ ਲਿੱਤਾ ਸੀ। ਵੀ ਰੂਲ ਆਫ ਲਾਅ ਹੋਊਗਾ, ਕਾਨੂੰਨ ਦਾ ਰਾਜ ਹੋਊਗਾ ਭਾਰਤ ਦੇ ਵਿੱਚ। ਇੱਥੇ ਹੀ ਆਪਾਂ 30 ਕੁਐਸਚਨ ਜਿਹੜੇ ਅੱਜ ਦੇ ਸੈਸ਼ਨ ਦੇ ਕਰ ਲਏ ਆ। ਮੈਨੂੰ ਉਮੀਦ ਹੈ ਤੁਹਾਨੂੰ 30 ਕੁਐਸਚਨ ਬਹੁਤ ਵਧੀਆ ਲੱਗੇ ਹੋਣੇ। ਤਾਂ ਇਹ ਸੀਰੀਜ਼ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੋ ਜਾਂਦੀ ਹੈ। ਤੁਸੀਂ ਪਹਿਲਾਂ ਥਿਊਰੀ ਦੇਖੋ, ਨਾਲ ਦੇ ਨਾਲ ਐਮਸੀਕਿਊਜ਼ ਕਰ ਲਓ। ਤੁਹਾਡੀ ਇੰਪੋਰਟੈਂਟ ਜਿਹੜੀ ਤਿਆਰੀ ਜ਼ਰੂਰੀ ਹੈ ਦੋਨੋਂ, ਜੇਲ੍ਹ ਵਾਰਡਰ ਲਈ ਤੇ ਨਾਲ ਦੀ ਨਾਲ ਹੀ ਤੁਹਾਡੀ ਕਾਂਸਟੇਬਲ ਲਈ, ਦੋਨੋਂ ਤਿਆਰੀਆਂ ਦੇ ਵਿੱਚ ਹੀ ਹੋ ਜਾਣਗੀਆਂ। ਠੀਕ ਹੈ। ਦੂਜੀ ਗੱਲ, ਤੁਸੀਂ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ। ਸਬਸਕ੍ਰਾਈਬ ਕਰਨ ਦੇ ਨਾਲ ਹੀ ਬੈਲ ਨੋਟੀਫਿਕੇਸ਼ਨ ਦਬਾ ਦਿਓ
ਤਾਂ ਕਿ ਜਦੋਂ ਵੀ ਕੋਈ ਵੀਡੀਓ ਆਵੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜੇ। ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲੂਗੀ ਤੁਹਾਡਾ ਪੜ੍ਹਾਈ ਦਾ ਕਰਨ ਦਾ ਮਨ ਕਰੂਗਾ, ਵੀਡੀਓ ਆ ਚੁੱਕੀ ਹੈ, ਸਾਨੇ ਪੜ੍ਹਨਾ ਹੈ, ਠੀਕ ਹੈ ਨਾ। ਸੋ ਤੁਸੀਂ ਪੜੋਗੇ ਤੁਹਾਡਾ ਪੇਪਰ ਨਿਕਲ ਜੂਗਾ। ਸੋ ਤੁਸੀਂ ਸਬਸਕ੍ਰਾਈਬ ਕਰੋ, ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਜਿੰਨਾ ਸ਼ੇਅਰ ਕਰਦੇ ਹੋ ਉਨੀ ਸਾਡੀ ਮੋਟੀਵੇਸ਼ਨ ਵੱਧਦੀ ਹੈ। ਕਮੈਂਟ ਕਰਕੇ ਦੱਸੋ ਸੀਰੀਜ਼ ਕਿੰਨੀ ਵਧੀਆ ਚੱਲ ਰਹੀ ਹੈ, ਵੀ ਪੋਲਟੀ ਆਪਣੀ ਜਿਹੜੀ ਆ ਉਹ ਕਿੰਨੀ ਸੋਹਣੀ ਚੱਲੀ ਹੈ। ਤੇ ਆਪਾਂ 6 ਲੈਕਚਰ ਕਵਰ ਕੀਤੇ ਸੀਗੇ ਤੇ ਆਪਾਂ ਹੁਣ ਜਿਹੜੇ ਐਮਸੀਕਿਊਜ਼ ਲੈ ਕੇ ਆਏ ਤੁਹਾਡੇ ਵਾਸਤੇ। ਬਾਕੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।